बिस्मिल्लाहिर्रहमानिर्रहीम अस्सलाम वालेकुम सब दोस्त भाई जिमीदारां नूं मैं तुहाडा होस्ट आसिफ रज़ा तुसीं देख रहे हो मेरा यूट्यूब चैनल आसिफ रज़ा रहमानी टिप्स दे नाम तो दोस्तों वास्ते जिमीदारां वास्ते अज असीं एक खास तोहफा लैके हाज़र होए हां। जिमीदार दा किसान दा जिहड़ा रिदम है वो थोड़ा जिहा डगमगा गया है महंगाई की वजह तो गंदम की काश्त तो खास तौर पर कि गंदम की काश्त करिए कि असीं इहदे कोई मुतबादल चीज़ लियाइए कि काश्त करिए कि किहदे नाल सानूं कोई बैनीफिट होवे कोई पैदावार अच्छी आवे। असीं इस मामले दे विच ही अज असीं खासा सफ़र करके चौधरी अब्दुल रज़ाक साहब जिहड़े फरीदाबाद दे रहायशी ने सैयदवाला एरिया दे ते उहनां नाल असीं खसूसी गुफ्तगू करांगे कि ਉਹ ਅਸੀਂ ਅੱਜ ਲੈ ਕੇ ਹਾਜ਼ਰ ਹੋਏ ਹਾਂ जी स्ट्रॉबेरी ਦੇ ਬਾਰੇ ਚੌਧਰੀ ਸਾਹਿਬ ਨਾਲ ਗੱਲਬਾਤ ਕਰਾਂਗੇ ਮੁਕੰਮਲ ਤਫਸੀਲਨ ਗੱਲਬਾਤ ਕਰਾਂਗੇ ਕਿ ਉਹ ਸਾਨੂੰ ਆਗਾਹ ਕਰਨ ਕਿ ਇਹ ਗੰਦਮ ਦੀ ਫਸਲ ਦੇ ਉਹਦੇ ਮੁਤਬਾਦਲ ਹੈ ਉਹਦੇ ਤੋਂ ਖਰਚਾ ਘੱਟ ਹੈ ਜਾਂ ਜ਼ਿਆਦਾ ਹੈ ਉਹਦੇ ਤੋਂ ਆਮਦਨ ਕਿੰਨੀ ਕੁ ਜ਼ਿਆਦਾ ਹੋ ਜਾਂਦੀ ਹੈ ਇਹਨਾਂ ਚੌਧਰੀ ਸਾਹਿਬ ਕੋਲ ਅਸੀਂ ਮੁਕੰਮਲ ਬਾਇਓਡਾਟਾ ਲੈਣੇ ਸਵਾਲਾਤ करने हैं जनाब। अस्सलाम वालेकुम जनाब। जी वालेकुम सलाम जी चौधरी साहब पहले तो अपना तारफ कराओ जी। जी मेरा नाम अब्दुल रज़ाक है, तहसीलो जिला ननकाना साहब, ਅਸੀਂ ਫਰੀਦਾਬਾਦ ਦੇ ਰਹਿਸ਼ੀ ਹਾਂ जी जी ਤੇ ਸਾਨੂੰ ਸਟ੍ਰਾਬੇਰੀ ਲਾਉਂਦਿਆਂ ਨੂੰ ਤਕਰੀਬਨ 20 ਤੋਂ 25 ਸਾਲ ਹੋ ਗਏ ਨੇ। ਅਲਹਮਦੁਲਿਲਾ 20-25 ਸਾਲਾਂ ਦੇ ਵਿੱਚ ਜਿੰਨਾ ਪੈਸਾ ਯਾਨੀ ਕਿ ਜਿੰਨੀ ਮਿਹਨਤ ਅਸੀਂ ਕਰੀਦੀ ਹੈ ਨਾ ਸਾਨੂੰ ਸਾਡੀ ਮਿਹਨਤ ਦਾ ਸਿਲਾ ਵੀ ਮਿਲਦਾ ਹੈ ਔਰ ਉਸ ਤੋਂ ਯਾਨੀ ਕਿ ਬਜਾਏ ਮੁਰੱਬਿਆਂ ਨਾਲ ਜ਼ਿਮੀਂਦਾਰਾ ਕਰਨ ਦੇ ਅਸੀਂ 5-10 ਏਕੜ ਤੋਂ ਮੁਰੱਬਿਆਂ ਜਿੰਨਾ ਆਪਣਾ ਇਨਕਮ ਲੈ ਲੈਂਦੇ ਹਾਂ। ਜੀ ਬਿਲਕੁਲ। अच्छा तुसीं हुण साडे देखण वाले जिमीदारां नूं किसानां नूं ਇਹ ਦੱਸੋ ਕਿ ਤੁਸੀਂ ਸਟ੍ਰਾਬੇਰੀ ਕਾਫੀ ਅਰਸੇ ਤੋਂ ਕਾਸ਼ਤ ਕਰ ਹੀ ਰਹੇ ਹੋ। ਸਭ ਤੋਂ ਪਹਿਲੇ ਜਿੰਨਾ ਪਹਿਲੀ ਦਫਾ ਕਾਸ਼ਤ ਕਰਨੀ ਹੈ ਉਹ ਕੀ ਕਰਨ, ਕਿਸ ਤਰ੍ਹਾਂ ਦੀ ਜ਼ਮੀਨ ਦਾ ਇੰਤਖਾਬ ਕਰਨ ਔਰ ਉਹਨੂੰ ਕਿੰਨਾ ਕੁ ਹਾਲ ਸ਼ਾਲ ਵਾਹ ਕੇ ਤਿਆਰ ਕਰਨ ਕਿ ਉਹ ਇਸ ਕਾਸ਼ਤ ਦੇ ਕਾਬਲ ਹੋ ਜਾਵੇ। ਜੀ ਬਿਲਕੁਲ। ਸਭ ਤੋਂ ਪਹਿਲੇ ਮੇਨ ਵਜ੍ਹਾ ਇਹ ਹੈ ਕਿ ਜਿਹੜੀ ਜ਼ਮੀਨ ਦੀ ਤਿਆਰੀ ਹੈ ਨਾ ਉਹ ਮੇਨ ਆ, ਉਹਨੂੰ ਤਿਆਰੀ ਜ਼ਮੀਨ ਦੀ ਇਸ ਤਰੀਕੇ ਨਾਲ ਕਰਨੀ ਚਾਹੀਦੀ ਆ कि ਉਹਨੂੰ अच्छे तरीके नाल रूटावीटर डिस्का मार के जमीन जिस तरीके ਅਸੀਂ ਆਲੂਆਂ ਦੀ ਬਣਾਉਂਦੇ ਆ ਆਲੂਆਂ ਤੋਂ ਵੀ ਡਬਲ ਇਹਦੀ ਯਾਨੀ ਕਿ ਤਿਆਰੀ ਹੁੰਦੀ ਹੈ। ਉਸ ਤੋਂ ਬਾਅਦ ਇਹਦਾ ਯਾਨੀ ਕਿ ਜ਼ਮੀਨ ਦੇਖਣੀ ਆ ਕਿ ਆਇਆ ਕਿ ਕਲਰ ਵਾਲੀ ਤੇ ਨਹੀਂ ਹੈਗੀ, ਜ਼ਿਆਦਾ ਬਹੁਤੀ ਪੱਕੀ ਤੇ ਨਹੀਂ ਹੈਗੀ। ਮੈਰਾ ਜ਼ਮੀਨ ਹੋ ਜਾਏ ਬਹੁਤ ਅੱਛੀ ਗੱਲ ਏ लेकिन बहुत ही ज्यादा पक्की भी नहीं होनी चाहिए। उस तो बाद ਇਹਦੀ ਤਿਆਰੀ ਜਿਹੜੀ ਹੈ ਨਾ ਉਹ ਅੱਛੇ ਤਰੀਕੇ ਨਾਲ ਕਰਕੇ ਬਕਾਇਆ ਚੀਜ਼ਾਂ ਤੁਹਾਨੂੰ ਅਸੀਂ ਸਾਰੀਆਂ ਦੇਖੀਆਂ ਨੇ, ਛਾਪਰ ਲੱਗਦਾ ਵੀ ਦੇਖਿਆ ਹੈ, ਪਲੰਟਰ ਸਾਡਾ ਚੱਲ ਰਿਹਾ ਸੀ ਉਹ ਵੀ ਤੁਸੀਂ ਚੱਲਦਾ ਦੇਖਿਆ ਹੈ। ਉਸ ਤੋਂ ਬਾਅਦ ਅਲਹਮਦੁਲਿਲਾ ਇਹਦੀ ਜ਼ਮੀਨ ਦੀ ਤਿਆਰੀ ਕਰਕੇ ਤੁਸੀਂ ਆਪਣੀ ਸਟ੍ਰਾਬੇਰੀ ਕਾਸ਼ਤ ਕਰ ਸਕਦੇ ਹੋ। ਅੱਛਾ, ਜ਼ਮੀਨ ਦੀ ਤਿਆਰੀ ਕਰਕੇ ਪਲਾਂਟਰ ਵੀ ਅਸੀਂ ਦੋਸਤਾਂ ਨੂੰ ਦਿਖਾ ਰਹੇ ਹਾਂ ਨਾਲ ਨਾਲ ਕਿ ਕਿਸ ਤਰ੍ਹਾਂ ਖੇਲੀਆਂ ਬਣਾ ਰਿਹਾ। ਜਦੋਂ ਖੇਲੀ ਦੇ ਮਰਲੇ ਤੋਂ ਪਹਿਲੇ ਇਹਦੇ ਵਿੱਚ ਕੋਈ ਖਾਦ ਸ਼ਾਦ ਜਾਂ ਕੋਈ ਚੀਜ਼? ਜੀ ਬਿਲਕੁਲ, ਇਹਦੇ ਵਿੱਚ ਖਾਦ ਜਿਹੜੀ ਹੈ ਫਾਸਫੋਰਸ ਦਾ ਇਸਤੇਮਾਲ ਉਹ ਵੀ ਥੱਲੇ ਕਰਨਾ ਚਾਹੀਦਾ ਹੈ। ਡੀਏਪੀ ਦਾ ਕਿੰਨੀ ਬੋਰੀ ਡੀਏਪੀ, 1 ਬੋਰੀ ਪੋਟਾਸ਼ ਔਰ ਤੁਸੀਂ ਇਸ ਤੋਂ ਬਾਅਦ ਖੇਲਾਂ ਪਾ ਦਿਓ ਔਰ ਉਸ ਤੋਂ ਬਾਅਦ ਯਾਨੀ ਕਿ ਥੱਲੇ ਬਾਜ਼ ਔਕਾਤ ਮੁੰਜੀ ਵਾਲੇ ਇਲਾਕਿਆਂ ਦੇ ਵਿੱਚ ਥੱਲੋਂ ਸੀਵੀ ਲੱਗਣ ਦਾ ਖਤਰਾ ਹੁੰਦਾ ਹੈ, ਉਹਦੇ ਵਾਸਤੇ ਤੁਸੀਂ ਫੈਪਰੋਨਿਲ ਰੀਜੈਂਟ ਜਿਹੜੀ ਬਾਇਰ ਦੀ ਆ ਉਹ ਫੀ ਏਕੜ 3 ਪੁੜੀਆਂ ਇਸਤੇਮਾਲ ਕਰੋ ਫਲੱਡਿੰਗ ਪਹਿਲੇ ਪਾਣੀ ਨਾਲ। ਉਹ ਕਿਉਂਕਿ ਤੁਹਾਡਾ ਯਾਨੀ ਕਿ ਜਿਹੜਾ ਥੱਲੇ ਸੀਵੀ ਲੱਗਣ ਦੇ ਕੋਈ ਮਾਮਲਾਤ ਜਾਂ ਕੋਈ ਪੌਦਿਆਂ ਨੂੰ ਹੁੰਦਾ ਨਾ ਉਹ ਹਰ ਸ਼ੈ ਯਾਨੀ ਕਿ ਕਲੀਅਰ ਹੋ ਜਾਂਦੀ ਹੈ। ਤੇ ਇਸ ਤਰੀਕੇ ਕਰਕੇ ਜਿਹੜਾ ਨਾ ਇਹ ਸਾਡੀ ਯਾਨੀ ਕਿ ਪਹਿਲੀ ਫਾਸਟ ਅਸੀਂ ਯਾਨੀ ਕਿ ਉਸ ਤੋਂ ਬਾਅਦ ਖਾਦ ਪੈ ਜਾਣੀ ਆ, ਛਾਪਰ ਲਗਾਉਣਾ ਹੈ, ਛਾਪਰ ਲਗਾਉਣ ਤੋਂ ਬਾਅਦ ਜਿਹੜੇ ਤੀਰੇ ਟੋਕੂ ਬੰਨੂ ਬਣਾ ਕੇ ਉਹ ਅਸੀਂ ਉਸ ਤੋਂ ਬਾਅਦ ਪੌਦਾ ਯਾਨੀ ਕਿ ਸਟ੍ਰਾਬੇਰੀ ਦਾ ਐਡਜਸਟ ਕਰਦੇ ਨੇ। ਨਹੀਂ, ਜਦੋਂ ਖੇਲੀ ਬਣ ਗਈ ਟੋਕੂ ਸ਼ੋਕੂ ਨਿਕਲ ਕੇ ਛਾਪਰ ਵੀ ਪੈ ਗਿਆ, ਸੁਰਾਖ ਵੀ ਨਿਕਲ ਗਏ, ਇਸ ਤੋਂ ਬਾਅਦ ਫੌਰਨ ਬੀਜ ਲਗਾਉਣਾ ਹੈ ਜਾਂ ਪਾਣੀ ਪਹਿਲੇ ਲਗਾਉਣਾ ਹੈ? ਸਰ ਪਾਣੀ ਅਸੀਂ 1 ਦਿਨ ਪਹਿਲੇ ਲਗਾ ਦੇਣਾ ਕਿਉਂਕਿ ਪਨੀਰੀ ਕਾਸ਼ ਤੋਂ ਪਹਿਲੇ 1 ਦਿਨ ਪਾਣੀ ਅਸੀਂ ਲਗਾਉਣਾ ਹੈ। ਉਹ ਖੇਲਾਂ ਮੁਕੰਮਲ ਤੌਰ ਤੇ ਅਰੇਂਜ ਹੋ ਜਾਂਦੀਆਂ ਨੇ और फिर ਅਸੀਂ हाफ खेल पानी ਦੀ ਕਰਕੇ ਜਾਂ ਜ਼ਮੀਨ ਦੇ ਮੁਤਾਬਕ ਜ਼ਮੀਨ ਜ਼ਿਆਦਾ ਪੱਕੀ ਹੋਵੇ ਫਿਰ ਮਜ਼ੀਦ ਪਾਣੀ ਜ਼ਿਆਦਾ ਲਾ ਕੇ ਉਹਦੇ ਵਿੱਚ ਅਸੀਂ ਫਿਰ ਸਟ੍ਰਾਬੇਰੀ ਦੇ ਵਿੱਚ ਯਾਨੀ ਕਿ ਬਿਲਕੁਲ ਨਾ ਸਹੀ ਤਰੀਕੇ ਨਾਲ ਪੌਦਾ ਐਡਜਸਟ ਹੋਏ। ਔਰ ਮੇਨ ਚੀਜ਼ ਹੁੰਦੀ ਹੈ ਕਿ ਪੌਦਾ ਲਗਾਉਣ ਤੋਂ ਪਹਿਲੇ ਜਿਹੜੀ ਨਾ ਸਟ੍ਰਾਬੇਰੀ ਦਾ ਇੱਕ ਪੈਕਟ ਪਕੜਾਣਾ, ਸਟ੍ਰਾਬੇਰੀ ਉਹ ਇੱਕ ਗੁੱਟੀ ਲੈ ਕੇ ਆਣਾ ਦਰਾ। ਇਹਦਾ ਐਡਾ ਮਸਲਾ ਨਹੀਂ ਹੁੰਦਾ ਹੈਗਾ ਕਿ ਇਹਦੀ ਜੜ ਜਿਹੜੀ ਹੈ ਉਹ ਜ਼ਮੀਨ 'ਚ ਜਾਣੀ ਚਾਹੀਦੀ ਹੈ, ਇਹਦੇ ਉੱਪਰ ਇੱਕ ਗੋਬ ਹੁੰਦੀ ਹੈ, ਉਸ ਗੋਬ ਨੂੰ ਦੇਖਣਾ ਕਿ ਮਿੱਟੀ ਨਾਲ ਨਾ ਭਰੇ। ਸਿਰਫ ਹੁਣ ਪੌਦਾ ਆ ਗਿਆ ਸਟ੍ਰਾਬੇਰੀ ਦਾ, ਸਰ
ਇਹ ਪੌਦਾ ਵੇ ਜੀ ਜੀ ਇਹ ਤੁਸੀਂ ਇਸ ਤਰੀਕੇ ਕਰਨਾ ਕਿ ਇਹ ਜਿਹੜੀ ਜੜ ਏ ਜੀ ਇਹ ਜ਼ਮੀਨ ਦੇ ਵਿੱਚ ਜਾਣੀ ਚਾਹੀਦੀ ਹੈ, ਇਹ ਉੱਪਰ ਗੋਬ ਆ ਗਈ ਹੈ, ਇਹ ਬਾਹਰ ਰਹਿਣੀ ਚਾਹੀਦੀ ਹੈ, ਜੜ ਇਹਦੀ ਨੰਗੀ ਨਹੀਂ ਹੋਣੀ ਚਾਹੀਦੀ। ਇਸ ਤਰੀਕੇ ਕਰਕੇ ਇਹ ਸਟ੍ਰਾਬੇਰੀ ਦਾ ਪੌਦਾ ਹੈ। ਇਹ ਜਿਹੜਾ ਹੈ ਇਹ ਸਟ੍ਰਾਬੇਰੀ ਦਾ ਪੌਦਾ ਤੁਸੀਂ ਜਿਸ ਟਾਈਮ ਇਹ ਜ਼ਿਆਦਾ ਸਵਾਤ ਪਰਦੀਰ ਮਾਲਾਕੰਡ ਕੋਸਤਾਨ ਏਰੀਏ ਤੋਂ ਆਉਂਦਾ ਹੈ, ਇਹ ਤੁਸੀਂ ਬੀ ਦਾ ਮੁੰਤਖਬ ਕਰਨਾ ਹੈ। ਬੀ ਅੱਛਾ ਲੈਣਾ ਹੈ, ਸਸਤਾ ਬੀ ਨਹੀਂ ਲੈਣਾ ਹੈਗਾ, 2-4 ਪੈਸਿਆਂ ਦੀ ਟੈਨਸ਼ਨ ਨਹੀਂ ਹੁੰਦੀ। ਬੀ ਲੈ ਕੇ ਇਹਦੀ ਜਿਹੜੀ ਐਡਜਸਟਮੈਂਟ ਹੈ ਨਾ, ਇਹ ਜਿਹੜੀ ਜੜ ਹੈ ਇਹ ਜ਼ਮੀਨ ਦੇ ਅੰਦਰ ਹੋਵੇ ਇੱਥੇ ਤੱਕ, ਤੇ ਇਹ ਇਸ ਦੀ ਗੋਬ ਹੈ ਇੱਥੋਂ ਵੀ ਹਾਂ ਜਿੱਥੋਂ ਸ਼ਗੂਫਾ ਨਿਕਲਣਾ ਇਹ ਜਨਾਬ ਤੁਸੀਂ ਇਸ ਤਰੀਕੇ ਕਰਕੇ ਪੈਲੀ ਦੇ ਵਿੱਚ ਅਸੀਂ ਪੌਦਾ ਲੈਣ ਵਾਸਤੇ ਤੁਸੀਂ 2-4 ਪੈਸਿਆਂ ਦਾ ਬੀਜ ਅੱਛੇ ਦਾ ਇੰਤਜ਼ਾਮ ਕਰਨਾ ਹੈ। ਇਹ ਦੇਖ ਲਓ ਬੀਜ ਬਹੁਤ ਅੱਛਾ ਹੈ, ਇਹ ਬੀ ਕੋਸਤਾਨ ਦਾ ਹੈ, ਸਵਾਤ ਏਰੀਏ ਦਾ, ਯਾਨੀ ਕਿ ਸੌਰੀ ਅਪਰਦੀਰ ਉਸ ਏਰੀਆ ਦਾ ਬੀ ਹੈ। ਅੱਛਾ ਬੀਜ ਉਧਰੋਂ ਹੀ ਮਿਲ ਸਕਦਾ ਆਪਣੇ ਏਰੀਆ ਜਾਂ ਕਿਤੋਂ? ਬੀ ਉਧਰੋਂ ਹੀ ਮਿਲਦਾ ਹੈ। ਫਿਰ ਬੀ ਸਾਡਾ ਪਠਾਣਾ ਨਾਲ ਰਾਬਤਾ ਹੈ, ਉਹ ਅਸੀਂ ਮੰਗਵਾ ਕੇ ਵੀ ਕੋਈ ਦੋਸਤ ਹਨ ਉਹਨਾਂ ਨੂੰ ਬੀ ਆਂਦਾ ਸਾਡੇ ਕੋਲ ਆ ਕੇ ਚੈੱਕ ਕਰਕੇ ਬੀ ਲਿਜਾ ਸਕਦਾ ਹੈ ਕਿ ਯਾਰ ਸਾਨੂੰ ਇਸ ਤਰੀਕੇ ਦਾ ਬੀ ਚਾਹੀਦਾ ਹੈ। ਬੀ ਦੇ ਵਿੱਚ ਬੀ ਦਾ ਯਾਨੀ ਕਿ ਜਦੋਂ ਤੁਸੀਂ ਮੁੰਤਖਬ ਕਰਨਾ ਹੈ ਨਾ, ਇਹ ਜ਼ਰਾ ਬੀ ਮਿਆਰੀ ਔਰ ਅੱਛਾ ਮੁੰਤਖਬ ਕਰਨਾ ਹੈ। ਅੱਛਾ ਇਹ ਬੀਜ ਦਾ ਤੁਹਾਨੂੰ ਉੱਥੋਂ ਲਿਆਵਣ ਦਾ ਫੀ ਪੌਦੇ ਦਾ ਕੋਈ ਆਈਡੀਆ ਲਗਾਉਂਦੇ ਹੋ ਕਿੰਨਾ ਖਰਚਾ ਆਉਂਦਾ? ਇਹ ਸਰ ਬਾਜ਼ ਔਕਾਤ ਤਕਰੀਬਨ 7-8 ਸਾਲ ਹੋ ਗਏ ਨੇ ਮਤਵਾਤਰ ਇਹ ਇੱਕ ਪੌਦਾ ਸਾਨੂੰ 3 ਤੋਂ 4 ਰੁਪਏ ਦਾ ਵੀ ਮਿਲਦਾ ਰਿਹਾ ਹੈ। ਆਮ ਰੂਟੀਨ 'ਚ ਇਹ 2-2.5 ਰੁਪਏ ਦਾ ਪੌਦਾ ਇੱਕ ਮਿਲਦਾ ਹੈ। ਠੀਕ ਹੋ ਗਿਆ ਨਾ? ਤੇ ਇਹ ਇੱਕ ਪੌਦਾ ਇਹਦੇ ਉੱਪਰ ਫਿਰ ਇੱਕ ਬੋਰੀ ਦੇ ਵਿੱਚ 10,000 ਪੌਦਾ ਪੈਕ ਹੋ ਕੇ ਆਉਂਦਾ ਹੈ। ਉਸ ਬੋਰੀ ਤੇ ਬਿਲਟੀ ਦਾ ਖਰਚਾ 2500-3000 ਆ ਜਾਂਦਾ ਹੈ। ਤੇ ਲੇਕਿਨ ਇਸ ਦਫਾ ਇਹ ਲੋਕ ਯਾਨੀ ਕਿ ਬੀ ਦਾ ਰੇਟ ਵੀ ਕਮ ਹੈ। ਅੱਛਾ ਬੀਜ ਯਾਨੀ ਕਿ ਤੁਹਾਨੂੰ 1.5 ਰੁਪਏ ਤੋਂ 1 ਰੁਪਇਆ 70 ਪੈਸੇ ਤੱਕ ਮਿਲ ਸਕਦਾ ਹੈ ਅੱਛਾ ਬੀਜ। ਅੱਛਾ ਬੀਜ ਜਦੋਂ ਇਹ ਕਾਸ਼ਤ ਹੋ ਗਿਆ ਉਸ ਤੋਂ ਬਾਅਦ ਇਹਦੀ ਜਰਮੀਨੇਸ਼ਨ ਜਿਹੜੀ ਪੌਦਾ ਸ਼ਗੂਫਾ ਨਿਕਲਣ ਦਾ ਅਮਲ ਕਿੰਨੇ ਦਿਨਾਂ ਤੱਕ ਸ਼ੁਰੂ ਹੋ ਜਾਂਦਾ ਹੈ? ਇਹ ਸਭ ਪੌਦਾ ਜਿਸ ਟਾਈਮ ਤੁਸੀਂ ਲਗਾ ਦੇਣਾ ਇਹ 1 ਹਫ਼ਤੇ ਬਾਅਦ ਜਿਹੜੀ ਵਿੱਚੋਂ ਗੋਬ ਹੈ ਨਾ ਇਹਦੇ ਇਹ ਸਰ ਮਾਸ਼ਾਅੱਲਾ ਉਹ ਨਿਕਲ ਆਂਦੀ ਆ ਔਰ 1 ਹਫ਼ਤੇ ਤੋਂ ਬਾਅਦ ਯਾਨੀ ਕਿ ਇਹਦਾ ਪ੍ਰੋਸੀਜਰ ਸ਼ੁਰੂ ਹੋ ਜਾਂਦਾ ਹੈ। ਤੁਸੀਂ ਸਟ੍ਰਾਬੇਰੀ ਲਗਾਉਣ ਤੋਂ ਬਾਅਦ 10 ਦਿਨ ਬਾਅਦ ਦੁਬਾਰਾ ਇਹਨੂੰ ਇੱਕ ਪਾਣੀ ਲਗਾਉਣਾ ਹੈ, ਯਾਨੀ ਕਿ ਖੇਲਾਂ ਭਰ ਕੇ ਨਹੀਂ ਲਗਾਉਣਾ ਹੈਗਾ, ਹਾਫ ਖੇਲ ਪਾਣੀ ਪਤਲਾ ਪਾਣੀ ਲਾਣਾ ਹੈ। ਠੀਕ ਹੋ ਗਿਆ? ਉਸ ਤੋਂ ਤਕਰੀਬਨ ਫਿਰ ਜਿਸ ਟਾਈਮ ਇਹ ਥੋੜਾ ਜਿਹਾ ਬੱਤਰ ਆਏ 20 ਦਿਨ ਬਾਅਦ ਜਾਂ 15 ਦਿਨ ਬਾਅਦ 2 ਬੋਰੀ ਯੂਰੀਆ ਖਾਦ ਡਰਮ 'ਚ ਘੋਲ ਕੇ ਫੀ ਏਕੜ 3-4 ਕਿਲੋ ਅੱਛੀ ਕੰਪਨੀ ਦਾ ਸਲਫਰ ਲੈ ਕੇ ਉਹ ਯੂਰੀਆ ਖਾਦ ਹੀ ਫਲੱਡ ਕਰਨਾ ਹੈ ਤੇ ਇਹਨੂੰ ਇਹਦੇ ਯਾਨੀ ਕਿ ਫਲੱਡ ਕਰਨਾ ਹੈ। ਸਹੀ ਜੀ। ਅੱਛਾ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਜੀ ਮਤਲਬ ਹੁਣ ਕਾਸ਼ ਤੋਰੇ ਜਿਹੜਾ ਟਾਈਮ ਅਸੀਂ ਦੋਸਤਾਂ ਨਾਲ ਸ਼ੇਅਰ ਕਰਨੇ ਆ ਕਿ ਅਕਤੂਬਰ ਦੀਆਂ ਲਾਸਟ ਡੇਟਾਂ ਚੱਲ ਰਹੀਆਂ ਨੇ, ਠੀਕ ਹੈ ਜੀ ਜੀ, ਇਹਨੂੰ ਅਸੀਂ ਮਜ਼ੀਦ ਕਿੰਨੀ ਦੇਰ ਤੱਕ ਇਹਦੀ ਕਾਸ਼ਤ ਜਾਰੀ ਰਹਿ ਸਕਦੀ? ਇਹ ਸਰ ਇਹਦਾ ਬੈਸਟ ਅਸੀਂ ਇਹਨੂੰ ਦੇਖ ਲਓ ਕਿ 10ਵੇਂ ਮਹੀਨੇ ਦੀ 10 ਤਰੀਕ ਤੋਂ ਸ਼ੁਰੂ ਹੁੰਨੇ ਆ ਔਰ ਇਹਦਾ ਬੈਸਟ ਬਜਾਈ ਦਾ ਟਾਈਮ 10ਵੇਂ ਮਹੀਨੇ ਦੀ 10 ਤਰੀਕ ਤੋਂ ਲੱਗ ਕੇ 10ਵੇਂ ਮਹੀਨੇ ਦੀ 29, 28, 30 ਤਰੀਕ ਤੱਕ ਇਹਦਾ ਬਹੁਤ ਲਾਸਟ ਅਕਤੂਬਰ ਤੱਕ ਇਹ ਤੁਸੀਂ ਯਾਨੀ ਕਿ ਤੁਹਾਡੀ ਫਸਲ ਬਹੁਤ ਟਾਈਮ ਦੀ ਲੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਲੋਕ ਲਗਾਉਂਦੇ ਰਹਿੰਦੇ ਨੇ ਯਾਨੀ ਕਿ 10 ਦਿਨ ਅੱਗੇ ਪਿੱਛੇ ਹੋ ਜਾਂਦਾ, ਕੋਈ ਟੈਨਸ਼ਨ ਨਹੀਂ। ਅੱਛਾ ਇਹਨੂੰ ਬਾਕੀ ਫਸਲਾਂ ਜਿਹੜੀਆਂ ਇਹਨਾਂ ਦਿਨਾਂ 'ਚ ਕਾਸ਼ਤ ਹੋ ਰਹੀਆਂ ਨੇ ਟਨਲ 'ਚ ਜਾਂ ਛਾਪਰ 'ਚ ਉਹਨਾਂ ਨੂੰ ਕੋਰੇ ਦਾ ਠੰਡ ਦਾ ਖਤਰਾ ਬੜਾ ਹੁੰਦਾ ਹੈ, ਆਇਆ ਕਿ ਇਹਨੂੰ ਵੀ ਖਤਰਾ ਹੈ ਜਾਂ ਨਹੀਂ? ਸਰ ਇਹਨੂੰ ਬਿਲਕੁਲ ਕੋਰੇ ਦਾ ਠੰਡ ਦਾ ਖਤਰਾ ਨਹੀਂ ਹੈਗਾ, ਬਲਕਿ ਇਹਨੂੰ ਜਿੰਨੀ ਸਰਦੀ ਪੈਂਦੀ ਹੈ ਪੌਦਾ ਇਹਦਾ ਬਣਦਾ ਹੈ ਜਿਹੜਾ ਬੰਦੀਆਂ ਨੇ। ਬਾਜ਼ ਔਕਾਤ ਐਸਾ ਹੁੰਦਾ ਹੈ ਕਿ ਇਹਦੀ ਫਰੂਟਿੰਗ 1 ਮਰਤਬਾ ਨਹੀਂ ਹੁੰਦੀ, ਇਹਦੀ ਫਰੂਟਿੰਗ 4 ਮਰਤਬਾ ਹੁੰਦੀ ਹੈ। ਸਟਾਰਟਿੰਗ ਦੇ ਵਿੱਚ ਅਗਰ ਜ਼ਿਆਦਾ ਕੋਰਾ ਬਹੁਤ ਜ਼ਿਆਦਾ ਕੋਰਾ ਆ ਜਾਂਦਾ ਹੈ ਨਾ ਉਹ ਤਕਰੀਬਨ 100 ਚੋਂ 10-20% ਦਾਣੇ ਜਿਹੜੇ ਨੇ ਨਾ ਉਹਨਾਂ ਨੂੰ ਮਾਮੂਲੀ ਅਸਰ ਹੁੰਦਾ ਹੈ, ਲੇਕਿਨ ਉਹ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ। ਮਾਸ਼ਾਅੱਲਾ ਰੇਟ ਅੱਛਾ ਹੁੰਦਾ ਹੈ ਤੇ ਉਹ ਯਾਨੀ ਕਿ ਅਗਰ 10-15% ਵਿੱਚੋਂ ਅਗਰ ਕੋਰਾ ਨੁਕਸਾਨ ਵੀ ਕਰ ਜਾਂਦਾ ਨਾ ਤੇ ਇਹ ਫਸਲ ਨੂੰ ਕੋਰੇ ਦਾ ਕੋਈ ਨੁਕਸਾਨ ਨਹੀਂ ਹੈਗਾ। ਟਾਈਮ ਤੇ ਅਕਤੂਬਰ ਦੀ ਲਾਸਟ ਡੇਟਾਂ ਚੱਲ ਰਹੀਆਂ, ਆਪਣੀ ਕਾਸ਼ਤ ਮੁਕੰਮਲ ਹੋ ਗਈ, ਇਹ ਹੁਣ ਫਰੂਟਿੰਗ ਦਾ ਅਮਲ ਕਦੋਂ ਤੱਕ ਸ਼ੁਰੂ ਹੋ ਜਾਏਗਾ? ਇਹਦਾ ਆਪਾਂ ਫਰੂਟ ਫਲ ਜਦੋਂ ਆਪਾਂ ਇਹਦੀ ਤੁੜਾਈ ਕਦੋਂ ਤੱਕ ਕਰਾਂਗੇ? ਸਰ ਇਨਸ਼ਾਅੱਲਾ ਤਾਲਾ ਫਰੂਟਿੰਗ ਜਿਹੜੀ ਹੈ ਨਾ ਉਹ ਬਾਜ਼ ਔਕਾਤ ਇਹਦੀ ਤਕਰੀਬਨ 10 ਫਰਵਰੀ ਤੋਂ ਪ੍ਰੋਪਰ ਇਹਦੀ ਫਰੂਟਿੰਗ ਹੋ ਜਾਂਦੀ ਹੈ, 20 ਜਨਵਰੀ ਤੋਂ ਬਾਅਦ ਇਹਦੀ ਯਾਨੀ ਕਿ ਫਰੂਟਿੰਗ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਯਾਨੀ ਕਿ ਨਵੰਬਰ, ਦਸੰਬਰ ਤੇ ਜਨਵਰੀ 2-2.5-3 ਮਹੀਨੇ ਬਾਅਦ ਯਾਨੀ ਕਿ ਫੁੱਲ ਫਰੂਟਿੰਗ ਇਹਦੀ ਸ਼ੁਰੂ ਹੋ ਜਾਂਦੀ ਹੈ। ਅੱਛਾ ਫਰੂਟਣ ਤੱਕ
ਖਰਚਾ ਜਿਹੜਾ ਦੋਸਤਾਂ ਨੂੰ ਦੱਸੋ ਵੀ ਫਰੂਟਿੰਗ ਤੱਕ ਖਰਚਾ ਫੀ ਏਕੜ ਤੇ ਤੁਸੀਂ ਅਗਰ ਕੋਈ ਹਿਸਾਬ ਕੀਤਾ ਹੋਵੇ ਤੇ ਕਿੰਨਾ ਕੁ ਆ ਜਾਂਦਾ? ਬਿਲਕੁਲ ਜੀ, ਖਰਚਾ ਬੀਜ ਦੇ ਰੇਟ ਦਾ ਤੁਸੀਂ ਦੇਖ ਲੈਣਾ ਹੈ ਕਿ ਅਗਰ ਤੁਹਾਨੂੰ ਰੁਪਏ ਦਾ ਮਿਲਦਾ, 2 ਰੁਪਏ ਦਾ ਮਿਲਦਾ, 3 ਰੁਪਏ ਦਾ ਮਿਲਦਾ, ਉਸ ਤੋਂ ਬਾਅਦ ਪੈਸਟੀਸਾਈਡ ਦਵਾਈ ਹੈ ਉਹਦਾ ਇਸਤੇਮਾਲ ਹੁੰਦਾ ਹੈ ਜੀ। ਬਿਲਕੁਲ। ਖਾਦ DAP ਦੀਆਂ 2 ਬੋਰੀਆਂ, 1 ਬੋਰੀ ਪੋਟਾਸ਼, ਉਸ ਤੋਂ ਬਾਅਦ ਸਲਫਰ ਵਗੈਰਾ। ਬਾਅਦ ਜ਼ਮੀਨਾਂ ਪੱਕੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੋਮੀਓਕ ਐਸਿਡ ਦਾ ਇਸਤੇਮਾਲ ਹੋ ਜਾਂਦਾ ਹੈ। ਉਸ ਤੋਂ ਬਾਅਦ ਯਾਨੀ ਕਿ ਸਟਾਰਟਿੰਗ ਦੇ ਵਿੱਚ ਇਹਨੂੰ ਕੋਈ ਗੋਬ ਤੇ ਸੁੰਡੀ ਦਾ ਅਟੈਕ ਹੁੰਦਾ, 2-3 ਸਪਰੇਅ ਹੁੰਦੇ ਨੇ, ਆਪਣਾ ਬਾਈਫੈਂਥਰੀਨ ਵਗੈਰਾ, ਫੈਪਰੋਨਿਲ ਵਗੈਰਾ ਉੱਪਰ ਸਪਰੇਅ ਅਸੀਂ ਕਰ ਦਿੰਦੇ ਹਾਂ। ਤੇ ਉਸ ਤੋਂ ਬਾਅਦ ਇਹਨੂੰ NPK ਦਾ ਇਸਤੇਮਾਲ, ਤੇ ਉਸ ਤੋਂ ਬਾਅਦ ਮੈਨੋ ਐਸਿਡ ਦਾ ਇਸਤੇਮਾਲ। ਇਹਦੀ ਤਿਆਰੀ ਦੇ ਵਿੱਚ ਜਿਹੜੇ 2 ਮਹੀਨੇ ਹੁੰਦੇ ਨੇ ਉਹ ਅਸੀਂ ਹਫਤੇ 'ਚ 1-1, 2-2 ਸਪਰੇਵਾਂ ਇਹਦੀਆਂ ਅਸੀਂ ਕਰਦੇ ਰਹੀਦਾ। ਅੰਦਾਜ਼ਨ ਖਰਚਾ ਅੰਦਾਜ਼ਨ ਖਰਚ ਜਿਹੜਾ ਹੈ ਨਾ, ਤਕਰੀਬਨ ਫੀ ਏਕੜ ਜਿਹੜਾ ਅਗਰ ਬੀਜ ਤੁਹਾਨੂੰ 1.5 ਰੁਪਏ ਦੇ ਹਿਸਾਬ ਨਾਲ ਮਿਲਦਾ ਹੈ ਨਾ ਜੀ, ਤਕਰੀਬਨ ਇਹਦਾ ਖਰਚਾ 2 ਤੋਂ 2.5 ਲੱਖ ਰੁਪਏ ਤੱਕ ਫੀ ਏਕੜ ਖਰਚਾ ਆ ਜਾਂਦਾ ਸਰ। ਅੱਛਾ, ਇਹਦੀ ਆਮਦਨ ਅਗਰ ਸਮਾਂ ਅੱਛਾ ਲੱਗ ਜਾਵੇ, ਮਾਰਕੀਟ ਵਿੱਚ ਰੇਟ ਅੱਛਾ ਮਿਲ ਜਾਵੇ ਤੇ ਆਮਦਨ ਕਿੰਨੀ ਕੁ ਹੋ ਜਾਂਦੀ ਹੈ ਫੀ ਏਕੜ ਦੀ? ਸਰ ਮਾਸ਼ਾਅੱਲਾ, ਅਗਰ ਇਹ ਆਪਣੀ ਐਵਰੇਜ ਪੂਰੀ ਕਰ ਜਾਂਦੀ ਹੈ ਨਾ, ਰੇਟ ਤੇ ਅਲਹਮਦੁਲਿਲਾ 100 ਰੁਪਏ ਤੋਂ ਕਦੀ ਵੀ ਕੰਮ ਨਹੀਂ ਹੋਇਆ ਇਸ ਦਾ। ਤੁਸੀਂ ਇਹ ਅੰਦਾਜ਼ਾ ਲਗਾ ਲਓ ਕਿ ਫੀ ਏਕੜ 1 ਦਿਨ ਬਾਅਦ ਇਹਦੀ ਚੁਨਾਈ ਹੁੰਦੀ ਹੈ, ਔਰ 1 ਦਿਨ ਚੁਨਾਈ ਤੋਂ ਬਾਅਦ ਇਹਦੀ ਐਵਰੇਜ ਯਾਨੀ ਕਿ ਬਣ ਜਾਂਦੀ ਹੈ। ਬਾਜ਼ ਔਕਾਤ 1 ਦਿਨ ਛੱਡ ਕੇ 10 ਮਣ ਵੀ ਨਿਕਲਦੀ ਹੈ, 15 ਮਣ ਵੀ ਨਿਕਲਦੀ ਆ, ਔਰ 20 ਤੋਂ 25 ਮਣ ਤੱਕ ਲੋਕਾਂ ਨੇ 30 ਮਣ ਤੱਕ ਇੱਕ ਫੀ ਏਕੜ ਚੋਂ 1 ਦਿਨ ਛੱਡ ਕੇ ਇਹ ਸਟ੍ਰਾਬੇਰੀ ਜਿਹੜੀ ਇਹਨੇ ਉਠਾਈ ਹੈ। ਔਰ ਇਸ ਦਾ ਤੁਸੀਂ ਜ਼ਿਆਦਾ ਨਹੀਂ 100 ਰੁਪਏ ਨਾਲ ਤੁਸੀਂ ਇਹਦੀ ਐਵਰੇਜ ਦਾ ਇਹ ਤਖਮੀਨਾ ਲਗਾ ਲਓ। ਬਾਜ਼ ਔਕਾਤ ਲੋਕ 15 ਤੋਂ 20 ਲੱਖ ਰੁਪਏ ਵੀ ਫੀ ਏਕੜ ਦੀ ਖਰਚਾ ਕੱਢ ਕੇ ਬੱਚਤ ਇਹਦੀ ਨਿਕਲਦੀ ਹੈ ਅਲਹਮਦੁਲਿਲਾ। ਔਰ ਇਸ ਦਾ ਇਹ ਹੈ ਕਿ ਅਗਰ ਬਾਜ਼ ਔਕਾਤ ਕੋਈ ਮੌਸਮੀ ਮਾਮਲਾ ਜਾਂ ਇਹਨੂੰ ਕੋਈ ਬਿਮਾਰੀ ਫੰਜੇਸਾਈਡ ਆ ਜਾਂਦਾ, ਕੋਈ ਮਸਲਾ ਮਸੈਲ ਬਣ ਜਾਂਦਾ, ਲੇਕਿਨ ਇਹ ਚੀਜ਼ ਇਹ ਹੈ ਕਿ ਨਾ ਤੁਹਾਡਾ ਖਰਚਾ ਵੀ ਪੂਰਾ ਹੋ ਜਾਂਦਾ ਹੈ। ਇਹਦੇ ਫਰੂਟ 2-3 ਹੁੰਦੇ ਨੇ, ਇੱਕ ਫਰੂਟ ਅਗਰ ਜ਼ਾਇਆ ਵੀ ਹੋ ਗਿਆ ਨਾ, ਇੱਕ ਫਰੂਟ ਵੀ ਬਚ ਗਿਆ ਨਾ, ਤੁਹਾਡਾ ਖਰਚਾ ਪੂਰਾ ਕਰਕੇ ਜਿਹੜੀਆਂ ਅਸੀਂ ਆਮ ਫਸਲਾਂ ਲਗਾਉਂਦੇ ਹਾਂ, ਗੰਦਮ ਜਾਂ ਕੋਈ ਮਕਈ ਵਗੈਰਾ, ਉਹਨਾਂ ਨਾਲੋਂ ਅਲਹਮਦੁਲਿਲਾ ਇਹਦਾ ਬਹੁਤ ਅੱਛਾ ਫਾਇਦਾ ਵੀ ਹੈ ਤੇ ਇਹਦਾ ਯਾਨੀ ਕਿ ਪ੍ਰੋਫਿਟ ਵੀ ਬਹੁਤ ਅੱਛਾ ਹੈ। ਇਹ ਅਗਰ ਸਾਡੀ ਫਸਲ ਨੂੰ ਕੋਈ ਮਾਮਲਾਤ ਬਣ ਜਾਂਦੇ ਨੇ, ਕੋਈ ਜ਼ਾਲਾਬਾਰੀ ਹੋ ਜਾਂਦੀ ਹੈ, ਜ਼ਾਲਾਬਾਰੀ ਵੀ ਅਗਰ ਹੋ ਜਾਏ ਨਾ, ਇੱਕ ਦਫਾ ਆਇਆ ਹੋਏਗਾ, ਦੁਬਾਰਾ ਫਿਰ ਫਰੂਟ ਸ਼ੁਰੂ ਹੋ ਜਾਏਗਾ, ਸ਼ਗੂਫੇ ਵੀ ਨਿਕਾਲ ਲਏਗਾ। ਤੇ ਇਹ ਮਾਮਲਾਤ ਸਾਰੇ ਹੋਣ ਦੇ ਬਾਵਜੂਦ ਵੀ ਇਹ ਫਸਲ ਅਗਰ ਅੱਲਾਹ ਤਾਲਾ ਇਹ ਫਸਲ ਕਰ ਦੇਵੇ ਤੇ ਇਹਦੇ 'ਚ ਨੁਕਸਾਨ ਨਹੀਂ ਹੈਗਾ। ਅੱਛਾ, ਬੀਜ ਜਿਹੜਾ ਤੁਸੀਂ ਲਿਆਂਦੇ ਜੇ ਇਹ ਉਵੇਂ ਲਿਆ ਕੇ ਸ਼ਿਫਟ ਕਰ ਦਿੰਦੇ ਜੇ ਜਾਂ ਇਹਦੇ 'ਚ ਕੋਈ? ਸਰ, ਅਸੀਂ ਇਹ ਬੀਜ ਦੀਆਂ ਇਹ ਜਿਹੜੀਆਂ ਜੜ੍ਹਾਂ ਨੇ ਇਹ ਜ਼ਿਆਦਾ ਲੰਮੀਆਂ ਹੁੰਦੀਆਂ ਨੇ, ਇਹਨਾਂ ਨੂੰ ਅਸੀਂ ਕੈਂਚੀ ਨਾਲ ਵੀ ਕੱਟ ਲਈਦਾ। ਬਾਜ਼ ਔਕਾਤ ਇਹ ਸਾਡਾ ਮੁੰਡਾ ਕੱਟ ਰਿਹਾ, ਤੁਸੀਂ ਦੇਖਣਾ ਹੈ ਕਿ ਇਹ ਜੜ ਇਹਦੀ ਗੋਬ ਬਚਾਣੀ ਹੈ, ਜੜ ਬਚਾਣੀ ਹੈ, ਬਾਕੀ ਕੱਟ ਦੇਣਾ, ਉੱਪਰੋਂ ਵੀ ਕੱਟ ਦੇਣਾ। ਫਿਰ ਇਹ ਫੌਰੀ ਯਾਨੀ ਕਿ 4-5 ਇੰਚ ਦਾ ਪੌਦਾ ਰਹਿ ਜਾਂਦਾ ਜਦੋਂ ਲਗਾਉਣਾ। ਹਾਂਜੀ, ਉੱਪਰ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਜਿੰਨਾ ਵੀ ਹੋਏ, ਲੇਕਿਨ ਨੀਚੋਂ ਜਿਹੜਾ ਨਾ ਜੜ ਸਾਬਤ ਹੋਣੀ ਚਾਹੀਦੀ ਹੈ। ਅਗਰ ਇਸ ਤੋਂ ਜ਼ਿਆਦਾ ਤੁਹਾਡਾ ਜੜ੍ਹਾਂ ਨੇ ਨਾ, ਉਹ ਤੁਸੀਂ ਕੱਟ ਦਿਓ, ਸਹੀ, ਉਹ ਜ਼ਿਆਦਾ ਬਿਹਤਰ ਹੈ। ਚਲੋ ਲਾਸਟ ਤੇ ਤੁਸੀਂ ਸਾਡੇ ਵੇਖਣ ਵਾਲੇ ਜ਼ਿਮੀਂਦਾਰਾਂ ਨੂੰ ਇਹ ਦੱਸੋ ਕਿ ਉਹ ਬਿਲਾ ਝਿਜਕ ਇਸ ਫੀਲਡ ਪਾਸੇ ਆ ਸਕਦੇ ਨੇ, ਯਾਨੀ ਕਿ ਗੰਦਮ ਵਗੈਰਾ ਜਿਹੜੇ ਜ਼ਿਆਦਾਤਰ ਲਗਾਉਂਦੇ ਸੀ, ਜਾਂ ਉਹਨਾਂ ਨੂੰ ਥੋੜਾ ਜਿਹਾ ਮਸ਼ਵਰਾ ਦਿਓ ਕਿ ਉਹ ਕੀ ਕਰਨ। ਸਰ, ਇਹ ਐਜ਼ ਇੱਕ ਬਿਜ਼ਨਸ ਹੈ ਜੀ, ਇਹ ਯਾਨੀ ਕਿ ਆਮ ਜ਼ਿਮੀਂਦਾਰਾਂ ਦਾ ਯਾਨੀ ਕਿ ਸਿਸਟਮ। ਅਗਰ ਕੋਈ ਲੋਕ ਦੋਸਤ ਯਾਨੀ ਕਿ ਜਿਹੜੇ ਵੀ ਹਨ, ਇਹ ਅਗਰ ਸਟ੍ਰਾਬੇਰੀ ਅਸੀਂ ਬਾਹਰ ਐਕਸਪੋਰਟ ਕਰਦੇ ਹਾਂ ਨਾ, ਇਹਦਾ ਤੇ ਫਿਰ ਸਾਨੂੰ 50 ਗੁਣਾ 100 ਗੁਣਾ ਜ਼ਿਆਦਾ ਇਜ਼ਾਫਾ ਯਾਨੀ ਕਿ ਸਾਨੂੰ ਮਿਲ ਰਿਹਾ ਹੈ, ਜੋ ਕਿ ਸਾਡੇ ਆਮ ਜ਼ਿਮੀਂਦਾਰਾਂ ਦਾ, ਛੋਟੇ ਲੈਵਲ ਦੇ ਜ਼ਿਮੀਂਦਾਰਾਂ ਦਾ ਅਸੀਂ ਨਹੀਂ ਪਹੁੰਚ ਰਸਾਈ ਹੈ। ਤੇ ਫਰੂਟਿੰਗ ਤੇ ਤਵੱਜੋ ਹੈ ਬਾਹਰ ਭੇਜਣ ਵਾਸਤੇ, ਤੇ ਇਹਦੇ ਵਿੱਚ ਤੇ ਫਿਰ ਬਹੁਤ ਹੀ ਜ਼ਿਆਦਾ ਪ੍ਰੋਫਿਟ ਹੈ। ਸਹੀ, ਯਾਨੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਇਤਨੇ ਕਮ ਰੇਟ ਨਾਲ ਵੇਚ ਕੇ ਸਾਨੂੰ ਅੱਲਾਹ ਤਾਲਾ ਅੱਛੀ ਖਾਸੀ ਰੋਜ਼ੀ ਦੇ ਦਿੰਦਾ ਹੈ। ਅਗਰ ਕੋਈ ਲੋਕ ਇਸ ਐਕਸਪੋਰਟ ਦਾ ਕੰਮ ਕਰਦੇ ਨੇ, ਐਜ਼ ਇਹਨੂੰ ਬਿਜ਼ਨਸ ਬਣਾ ਕੇ ਕਰਨ, ਪਾਕਿਸਤਾਨ ਦੇ ਵਿੱਚੋਂ ਲਿਜਾ ਕੇ ਕਰਨ, ਤੇ ਇਹ 1 ਕਿਲੋ ਸਟ੍ਰਾਬੇਰੀ ਵੀ ਤਕਰੀਬਨ $5-10 ਤੋਂ ਉੱਤੇ ਵਿਕਦੀ ਹੈ। ਸਹੀ। ਚਲੋ ਜੀ, ਅਸੀਂ ਦੋਸਤਾਂ ਨਾਲ ਚੌਧਰੀ ਸਾਹਿਬ ਦਾ ਤਜਰਬਾ ਸ਼ੇਅਰ ਕੀਤਾ ਹੈ। ਅਸੀਂ ਚੌਧਰੀ ਸਾਹਿਬ ਦਾ ਨੰਬਰ ਵੀ ਵਿੱਚ ਐਡ ਕਰਤਾ ਹੈ, ਮੇਰਾ WhatsApp ਨੰਬਰ ਵੀ ਆ ਰਿਹਾ। ਕਿਸੇ ਕਿਸਮ ਦਾ ਕੋਈ ਸਵਾਲ ਹੈ, ਕੋਈ ਸਟ੍ਰਾਬੇਰੀ ਦੇ ਬਾਰੇ ਪੁੱਛਣਾ ਚਾਹੁੰਦੇ ਹੋ, ਬੀਜ ਦੇ ਬਾਰੇ ਅਗਰ ਬੀਜ ਤੁਸੀਂ ਲੈਣਾ ਚਾਹੁੰਦੇ ਹੋ ਤੇ ਚੌਧਰੀ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ। ਉਹਨਾਂ ਦਾ ਨੰਬਰ ਮੈਂ ਅਸਾਂ ਐਡ ਕਰਤਾ ਹੈ। ਕਿਸੇ ਕਿਸਮ ਦਾ ਵੀ ਕੋਈ ਸਵਾਲ ਹੈ, ਸਾਡੇ WhatsApp ਨੰਬਰ ਤੇ ਤੁਸੀਂ ਕੋਸ਼ਿਸ਼ ਕਰਨੀ ਕਿ ਵਾਇਸ ਕਰਨਾ ਹੈ, ਅਸੀਂ ਇਨਸ਼ਾਅੱਲਾ ਉਹਦਾ ਜਵਾਬ ਦੇਵਾਂਗੇ। तो इजाज़त दो।
अल्लाह हाफिज।